ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮੇਰੇ ਸਹਿਯੋਗੀ ਮਨਪ੍ਰੀਤ ਰੰਧਾਵਾ। ਦੋ ਅਹਿਮ ਮਾਮਲੇ ਨੇ ਜਿਹਦੇ ਤੇ ਅਸੀਂ ਗੱਲ ਕਰਨੀ ਹੈ। ਪਹਿਲਾਂ ਤਾਂ ਪਟਿਆਲੇ ਦਾ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਉੱਥੇ ਹਿੰਸਾ ਹੋਈ ਸੀ ਔਰ ਇਸ ਦੌਰਾਨ ਇੱਕ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਬਲਜਿੰਦਰ ਸਿੰਘ ਪਰਵਾਨਾ। ਪੁਲਿਸ ਨੂੰ ਭਾਲ ਸੀ, ਅੱਜ ਪੁਲਿਸ ਨੇ ਬਲਜਿੰਦਰ ਸਿੰਘ ਪਰਵਾਨਾ ਨੂੰ ਵੀ ਅਰੈਸਟ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹਰੀਸ਼ ਸਿੰਘਲਾ, ਜਿਹੜੇ ਕਿ ਕਈ ਦਿਨਾਂ ਤੋਂ ਖਰੂਦ ਪਾ ਰਹੇ ਸੀ ਕਿ ਮੈਂ ਖਾਲਿਸਤਾਨ ਵਿਰੋਧੀ ਜਲੂਸ ਕੱਢਣਾ ਆ, ਔਰ ਇਹਨੂੰ ਲੈ ਕੇ ਅਸਲ 'ਚ ਹਿੰਸਾ ਦਾ ਮੁੱਦਾ, ਬੇਸਿਕ ਮੁੱਦਾ ਜਿਹੜਾ ਹੈ ਉਹ ਸਿੰਗਲੇ ਦੇ ਜਿਹੜੀ ਸਿੰਗਲੇ ਦੀਆਂ ਕਾਰਵਾਈਆਂ ਸੀ, ਇਸ ਤੋਂ ਬਾਅਦ ਉੱਥੇ ਹਿੰਸਾ ਦਾ ਮਾਹੌਲ ਪੈਦਾ ਹੋਇਆ ਔਰ ਇਹਦੇ ਵਿਰੋਧ ਵਿੱਚ ਜਿਹੜੇ ਸਿੱਖ ਨੌਜਵਾਨ ਤੇ ਕੁਝ ਹੋਰ ਲੋਕ ਜਿਹੜੇ ਇਕੱਠੇ ਹੋਏ ਸੀ, ਕੋਈ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ, ਕੁਝ ਜਥੇਬੰਦੀਆਂ ਦੇ ਕਾਰਕੁਨ ਇਕੱਠੇ ਹੋਏ, ਉਹਦੇ ਕਰਕੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਟਕਰਾਅ ਵਾਲਾ। ਇਸ ਵੇਲੇ ਸਥਿਤੀ ਕਾਬੂ ਵਿੱਚ ਹੈ, ਪਰ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿਵੇਂ। ਸਵਾਲ ਇਹ ਵੀ ਹੈ ਕਿ ਬਲਜਿੰਦਰ ਪਰਵਾਨਾ ਕੌਣ ਹੈ, ਕਿੰਨੀ ਕੁ ਵੱਡੀ ਸ਼ਖਸੀਅਤ ਆ ਜਿਹਨੇ ਪੂਰੇ ਪੰਜਾਬ ਨੂੰ ਇਸ ਵੇਲੇ ਸੰਕਟ 'ਚ ਖੜਾ ਕਰ ਦਿੱਤਾ ਹੈ, ਔਰ ਹਰੀਸ਼ ਸਿੰਘਲਾ ਕੌਣ ਹੈ ਜਿਸ ਨੇ ਇਸ ਤਰ੍ਹਾਂ ਦਾ ਮਾਹੌਲ ਪਟਿਆਲੇ ਵਿੱਚ ਬਣਾਇਆ ਕਿ ਪੂਰਾ ਪੰਜਾਬ ਚਿੰਤਾ ਵਿੱਚ ਹੈ ਕਿ ਕੀ ਹੋਣ ਲੱਗ ਗਿਆ। ਇਹਦੇ ਤੇ ਗੱਲ ਕਰਾਂਗੇ ਔਰ ਗੱਲ ਕਰਾਂਗੇ ਕਿਤਾਬਾਂ ਦਾ ਇੱਕ ਮਾਮਲਾ ਹੈ ਜਿਹਦੇ ਵਿੱਚ ਇਹ ਦੋਸ਼ ਲਾਇਆ ਜਾ ਰਿਹਾ ਸੀ ਕਿ ਸਿੱਖ ਇਤਿਹਾਸ ਗਲਤ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ। ਸਕੂਲੀ ਕਿਤਾਬਾਂ ਸੀ ਪੰਜਾਬ ਦੀਆਂ ਔਰ ਲੰਬੇ ਸਮੇਂ ਤੋਂ ਇਹ ਕਿਤਾਬਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ। ਤਿੰਨ ਸਰਕਾਰਾਂ ਚਲੀਆਂ ਗਈਆਂ। ਤਿੰਨ ਸਰਕਾਰਾਂ ਦਾ ਭਾਵ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ 10 ਸਾਲ ਸਰਕਾਰ ਰਹੀ, ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ 5 ਸਾਲ ਸਰਕਾਰ ਰਹੀ, ਪਰ ਕਿਸੇ ਨੇ ਇਹਨਾਂ ਕਿਤਾਬਾਂ ਨੂੰ ਬੈਨ ਨਹੀਂ ਕੀਤਾ, ਇਹਨਾਂ ਕਿਤਾਬਾਂ ਦੇ ਉੱਤੇ ਪਾਬੰਦੀ ਨਹੀਂ ਲਾਈ। ਪਰ ਭਗਵੰਤ ਮਾਨ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦੇ ਹੀ ਮਹੀਨੇ ਡੇਢ ਮਹੀਨੇ 'ਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਔਰ ਅੱਜ ਇਹਨਾਂ ਕਿਤਾਬਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹਦੇ ਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਪਟਿਆਲੇ ਦੇ ਮਾਮਲੇ ਦੀ ਗੱਲ ਕਰਾਂਗੇ। ਮਨਪ੍ਰੀਤ ਜੀ, ਇਹ ਕੌਣ ਹਨ ਬਲਜਿੰਦਰ ਸਿੰਘ ਪਰਵਾਨਾ, ਕੌਣ ਹੈ ਹਰੀਸ਼ ਸਿੰਘਲਾ, ਕੌਣ ਹੈ ਗੱਗੀ ਪੰਡਤ ਜਿਹੜਾ ਇੱਕਦਮ ਮਸ਼ਹੂਰ ਹੋ ਗਿਆ ਹੈ, ਇਹ ਸਾਰਾ ਕੀ ਮਾਮਲਾ ਸੀ? ਦੇਖੋ ਮਦਨਦੀਪ ਜੀ, ਦਰਅਸਲ ਕੁਝ ਤਾਕਤਾਂ ਜਾਂ ਕੁਝ ਅੰਸਰ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਮੁੱਦੇ ਖੜੇ ਕਰਦੇ ਨੇ। ਉਹਦੀ ਇੱਕ ਨਿਵੇਕਲੀ ਐਗਜ਼ਾਮਪਲ ਆ। ਵੈਸੇ ਤਾਂ ਬਹੁਤ ਸਾਰੀਆਂ ਉਦਾਹਰਨਾਂ ਪਹਿਲਾਂ ਦੀਆਂ ਵੀ ਹੈ। ਜਦੋਂ ਕਿਸੇ ਤਰ੍ਹਾਂ ਦੀ ਕੋਈ ਮੁੱਦਾ ਨਾ ਹੋਵੇ ਔਰ ਉਸ ਮੁੱਦੇ ਨੂੰ ਕ੍ਰੀਏਟ ਕਰਕੇ ਸਾਰਾ ਫੋਕਸ ਆਪਣੇ ਆਪ ਤੇ ਲੈ ਕੇ ਆਉਣਾ ਔਰ ਉਸ ਮੁੱਦੇ ਨਾਲ ਇੱਕ ਮਾਹੌਲ ਪੈਦਾ ਕਰਨਾ, ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਗਿਆ ਸੀ 19 ਅਪ੍ਰੈਲ ਵਾਲੇ ਦਿਨ ਪਟਿਆਲੇ ਦੇ ਵਿੱਚ, ਇਹ ਇੱਕ ਉਹਦੀ ਤਾਜ਼ਾ ਤਰੀਨ ਸਾਡੇ ਕੋਲ ਉਦਾਹਰਨ ਆ। ਹੁਣ ਤੁਸੀਂ ਦੇਖੋ, ਨਾ ਤਾਂ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦੀ ਮੰਗ ਆ, ਨਾ ਕੋਈ ਇਸ ਤਰ੍ਹਾਂ ਦਾ ਉਹ ਮੁੱਦਾ ਕੋਈ ਬਣਾ ਰਿਹਾ। ਅਕਸਰ ਜਿਹੜੇ ਗਰਮ ਖਿਆਲੀ ਨੇ ਜਦੋਂ ਚੋਣਾਂ ਤੱਕ ਵੀ ਲੜਦੇ ਆ, ਪੰਜਾਬ ਦੇ ਲੋਕੀ ਉਹਨਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਕਰਾ ਦਿੰਦੇ ਆ। ਸੋ ਪੰਜਾਬ ਦੇ ਲੋਕਾਂ ਨੇ ਉਹ ਸੰਤਾਪ ਭੋਗ ਚੁੱਕੇ ਆ ਔਰ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦੇ ਕਾਲੇ ਦਿਨ ਫਿਰ ਤੋਂ ਦੁਬਾਰਾ ਪੰਜਾਬ ਚ ਆਉਣ, ਕਿਉਂਕਿ ਸਾਰੇ ਹੀ ਭਾਈਚਾਰਿਆਂ ਨੇ ਉਸ ਦੌਰ ਦਾ ਸੰਤਾਪ ਭੋਗਿਆ। 1947 ਹੋਵੇ, 1984 ਹੋਵੇ, ਉਸ ਤੋਂ ਬਾਅਦ ਲਗਾਤਾਰ 80 ਦਾ ਦਹਾਕਾ, 90 ਦਾ ਦਹਾਕਾ, ਇਸ ਦੌਰਾਨ ਪੰਜਾਬ ਨੇ ਬਹੁਤ ਹਿੰਸਾ ਦੇਖੀ ਹੈ। ਹੁਣ ਜਿਹੜੀ ਤੁਹਾਡੀ ਮੂਲ ਗੱਲ ਹੈ, ਮੈਂ ਉਸ ਤੇ ਆਉਂਦਾ, ਮੂਲ ਜਿਹੜਾ ਪ੍ਰਸ਼ਨ ਆ ਉਸ ਤੇ ਆਉਂਦੇ ਆ। ਮੈਂ ਮਦਨਦੀਪ ਜੀ, ਤੁਸੀਂ ਦੇਖੋ, ਇਹ ਜਿਹੜੇ ਹਰੀਸ਼ ਸਿੰਘਲਾ, ਇਹ ਕਿਸੇ ਵਕਤ ਸ਼ਿਵ ਸੈਨਾ ਹਿੰਦੁਸਤਾਨ ਕਰਕੇ ਇੱਕ ਸੰਸਥਾ ਸੀ। ਉਹ ਪਵਨ ਗੁਪਤਾ ਵੀ ਉਹਨਾਂ ਦੇ ਨਾਲ ਸੀ। ਉਹਨਾਂ ਦੇ ਨਾਲ ਹੁੰਦੇ ਆ ਸੰਨ 2007 ਦੇ ਵਿੱਚ ਇਹ ਛੱਡ ਕੇ ਸ਼ਿਵ ਸੈਨਾ ਜਿਹੜੀ ਬਾਲ ਠਾਕਰੇ ਦੀ ਆ, ਮਹਾਰਾਸ਼ਟਰ ਦੇ ਜਿਹੜੇ ਮਰਹੂਮ ਹੁਣ ਤਾਂ ਆਗੂ ਨੇ, ਜਾਂ ਇਸ ਟਾਈਮ ਉਧਵ ਠਾਕਰੇ ਚਲਾਉਂਦੇ ਨੇ, ਜਿਹੜੇ ਮੁੱਖ ਮੰਤਰੀ ਨੇ, ਉਸ ਦਾ ਆਪਣੇ ਆਪ ਨੂੰ ਕਾਰਜਕਾਰੀ ਪ੍ਰਧਾਨ ਕਹਿੰਦਾ ਔਰ ਇੱਕ ਕਾਲ ਦਿੰਦਾ ਕਿ ਅਸੀਂ 29 ਅਪ੍ਰੈਲ ਨੂੰ ਇੱਕ ਮਾਰਚ ਕੱਢਾਂਗੇ, ਇੱਕ ਜਲੂਸ ਕੱਢਾਂਗੇ ਖਾਲਿਸਤਾਨ ਦੇ ਵਿਰੋਧ ਦੇ ਵਿੱਚ, ਖਾਲਿਸਤਾਨ ਮੁਰਦਾਬਾਦ ਕਰਕੇ ਇਸ ਤਰ੍ਹਾਂ ਦਾ ਅਸੀਂ ਨਾਰਾ ਦੇ ਕੇ ਅਸੀਂ ਵਿਰੋਧ ਦੇ ਵਿੱਚ ਇੱਕ ਮਾਰਚ ਕੱਢਾਂਗੇ। ਪਹਿਲੀ ਗੱਲ ਤਾਂ ਜਿਹੜਾ ਪ੍ਰਸ਼ਾਸਨ ਜਦੋਂ ਇਹ ਅਰਜ਼ੀ ਲਾਉਂਦੇ ਨੇ, ਪ੍ਰਸ਼ਾਸਨ ਇਹਨਾਂ ਦੀ ਅਰਜ਼ੀ ਖਾਰਜ ਕਰ ਦਿੰਦਾ, ਯਾਨੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਅਨੁਮਤੀ ਨਹੀਂ ਹੁੰਦੀ, ਇਹਨਾਂ ਨੂੰ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਇਹ ਤੁਸੀਂ ਜਿਹੜੇ ਬਲਜਿੰਦਰ ਸਿੰਘ ਪਰਵਾਨਾ ਦੀ ਗੱਲ ਕਰ ਰਹੇ ਹੋ, ਇਹਨਾਂ ਦੀ ਵੀ ਇੱਕ ਜਥੇਬੰਦੀ ਆ। ਇਹ ਵੈਸੇ
ਕਿਹਾ ਜਾਂਦਾ ਕਿ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਨੇ, ਫਿਰ ਇਹ ਵੀ ਕਿਹਾ ਜਾਂਦਾ ਕਿ ਇਹ ਰਾਜਪੁਰੇ ਤੋਂ ਆਪਣੀ ਹੀ ਸੈਲਫ ਸਟਾਈਲਡ ਦਮਦਮੀ ਟਕਸਾਲ ਚਲਾਉਂਦੇ ਨੇ। ਇਹ ਕੀ ਕਰਦੇ ਨੇ, ਇਹ ਆਉਣ ਵਾਲੇ ਦਿਨਾਂ 'ਚ ਜੋ ਤਹਿਕੀਕਾਤ ਹੋਏਗੀ, ਕਿਉਂਕਿ ਉਹਨਾਂ ਦੀ ਹੁਣ ਗ੍ਰਿਫਤਾਰੀ ਹੋ ਗਈ ਆ ਤੇ ਉਹਨਾਂ ਦੀ ਇੰਟੈਰੋਗੇਸ਼ਨ ਤੋਂ ਬਾਅਦ ਸਾਡੇ ਕੋਲ ਕਈ ਤੱਥ ਸਾਹਮਣੇ ਆਉਣਗੇ। ਇਹਨਾਂ ਤੇ ਵੀ ਕਈ ਤਰ੍ਹਾਂ ਦੇ ਪਹਿਲਾਂ ਵੀ 3-4 ਕੇਸ ਰਜਿਸਟਰਡ ਨੇ, ਇਸੇ ਤਰ੍ਹਾਂ ਹਰੀਸ਼ ਸਿੰਗਲਾ ਤੇ ਵੀ ਕਈ ਤਰ੍ਹਾਂ ਦੇ ਮਾਮਲੇ ਪਹਿਲਾਂ ਤੋਂ ਦਰਜ ਆ। ਅੱਛਾ, ਜਦੋਂ ਇਹਨਾਂ ਦੀ ਸੰਸਥਾ ਨੇ, ਜਦੋਂ ਬਰਜਿੰਦਰ ਸਿੰਘ ਪਰਵਾਨਾ ਹੋਣਾ ਦੀ ਸੰਸਥਾ ਨੇ ਇਹ ਪਰਮਿਸ਼ਨ ਮੰਗੀ ਕਿ ਅਸੀਂ ਵੀ ਜੀ ਜਲਸਾ ਕੱਢਣਾ ਉਸ ਦਿਨ, ਉਸ ਨੂੰ ਵੀ ਡਿਨਾਈ ਕਰ ਦਿੱਤਾ ਗਿਆ। ਸਾਕਸ਼ੀ ਸਾਨੀ ਜਿਹੜੇ ਡਿਪਟੀ ਕਮਿਸ਼ਨਰ ਨੇ, ਉਹਨਾਂ ਨੇ ਇਸ ਚੀਜ਼ ਦਾ ਖੁਲਾਸਾ ਵੀ ਕੀਤਾ। ਇਹ ਜਦੋਂ ਸਾਰਾ ਮਾਮਲਾ ਭਖ ਗਿਆ, ਪੁਲਿਸ ਤੋਂ ਜਿਹੜੀ ਕੁਤਾਹੀ ਇਹ ਹੋਈ ਹੈ ਕਿ ਪੁਲਿਸ ਜਦੋਂ ਇਹਨਾਂ ਨੇ ਪਰਮਿਸ਼ਨਸ ਮੰਗੀਆਂ ਸੀ, ਪੁਲਿਸ ਨੂੰ ਇਹ ਇਨਫੋਰਮੇਸ਼ਨ ਸੀ, ਇੰਟੈਲੀਜੈਂਸ ਇਨਪੁਟ ਸੀ, AIG ਇੰਟੈਲੀਜੈਂਸ ਨੇ ਦੱਸਿਆ ਸੀ ਕਿ ਇੱਥੇ ਮਾਮਲਾ ਭੜਕ ਸਕਦਾ, ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤੀ ਭੰਗ ਕਰ ਸਕਦੇ। ਇਹ ਪਹਿਲਾਂ ਤੋਂ ਇਨਪੁਟ ਸੀ, ਇਹ ਆਪਾਂ ਨੂੰ ਦੇਖਣਾ ਪਊਗਾ। ਲੇਕਿਨ ਕਿਸੇ ਨੇ ਇਸ ਨੂੰ, ਹੋ ਸਕਦਾ ਜਿਹੜੇ ਪੁਰਾਣਾ ਪੁਲਿਸ ਪ੍ਰਸ਼ਾਸਨ ਸੀ, ਕਿਉਂਕਿ ਹੁਣ ਤਾਂ ਸਾਰਿਆਂ ਦੀਆਂ ਬਦਲੀਆਂ ਹੋ ਗਈਆਂ, ਸਾਰਾ ਬਦਲਤਾ, ਪੁਰਾਣਾ ਪੁਲਿਸ ਪ੍ਰਸ਼ਾਸਨ ਸ਼ਾਇਦ ਇਸ ਨੂੰ ਉਨੀ ਸੰਜੀਦਗੀ ਨਾਲ ਉਹਨੇ ਨਹੀਂ ਲਿਆ। ਇਸ ਕਰਕੇ 29 ਅਪ੍ਰੈਲ ਨੂੰ ਇਹ ਸਾਰਾ ਮਾਮਲਾ ਭਖ ਗਿਆ, ਗਰਮਾ ਗਿਆ, ਔਰ ਉਸ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉੱਥੇ ਕਰਫਿਊ ਲਾਉਣਾ ਪਿਆ, ਉੱਥੋਂ ਦੀਆਂ ਇੰਟਰਨੈਟ ਸੇਵਾਵਾਂ ਜਿਹੜੀਆਂ ਸੀ ਉਹ ਬੰਦ ਕਰਨੀਆਂ ਪਈਆਂ। ਇਹ ਬੜੀ ਵਾਕਿਆ ਬੜੀ ਅਨਫੋਰਚੂਨੇਟ ਗੱਲ ਆ ਕਿ ਇੱਕ ਸਿੰਪਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ, ਉਸ ਨੂੰ ਹੱਥੋਂ ਬਾਹਰ ਜਾਣ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਇੰਨੀ ਕੁ ਜ਼ਿਆਦਾ ਵੋਲੇਟਾਈਲ ਹੋ ਗਈ ਸੀ, ਸੰਜੀਦਾ ਹੋ ਗਈ ਸੀ ਕਿ ਉਸ ਲਈ ਫਿਰ ਕਰਫਿਊ ਲਾਉਣਾ ਪਿਆ ਜਾਂ ਇੰਟਰਨੈਟ ਸੇਵਾਵਾਂ ਬੰਦ ਕਰਨੀਆਂ ਪਈਆਂ। ਦਰਅਸਲ ਜਦੋਂ ਇੱਕ ਮਨਪ੍ਰੀਤ ਜੀ, ਮੈਂ ਇੱਕ ਤੁਹਾਨੂੰ ਇੱਥੇ ਹੋਰ ਜਿਹੜਾ ਬਰਜਿੰਦਰ ਸਿੰਘ ਚੌਹਾਨ ਪਰਵਾਨਾ ਬਾਰੇ ਇੱਕ ਮੈਂ ਗੱਲ ਕਰਨੀ ਚਾਹੁੰਦਾ ਆ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਜਿਹਦੇ ਵਿੱਚ ਬਰਜਿੰਦਰ ਪਰਵਾਨਾ ਕੁਝ ਸਿੱਖ ਨੌਜਵਾਨਾਂ ਦੇ ਨਾਲ ਬੈਠੇ ਹੈ ਔਰ ਇਹ ਗੱਲ ਕਰ ਰਿਹਾ ਕਿ ਦੇਖੋ, ਜੇ ਮੰਦਿਰ ਦਾ ਮਾਮਲਾ ਇਸ ਤਰ੍ਹਾਂ ਉੱਠਦਾ ਹੈ ਕਿ ਉਹਦੇ ਤੇ ਪਥਰਾਅ ਕੀਤਾ ਗਿਆ ਜਾਂ ਉਹਦੇ ਤੇ ਕੋਈ ਸ਼ਰਾਰਤ ਕੀਤੀ ਗਈ ਹੈ ਤੇ ਇਹਦੇ ਨਾਲ ਬਾਹਰ ਬੈਠੇ ਸਿੱਖ ਜਿਹੜੇ ਹੈਗੇ ਆ, ਉਹਨਾਂ ਨਾਲ ਜੋ ਬੀਤੇਗੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਥੋੜਾ ਜਿਹਾ ਇਵੇਂ ਨਹੀਂ ਹੋਣਾ ਚਾਹੀਦਾ ਸੀ ਜਾਂ ਇਹ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਆ। ਔਰ ਬਰਜਿੰਦਰ ਪਰਵਾਨਾ ਬਾਰੇ ਇਹ ਵੀ ਕਿਹਾ ਜਾਂਦਾ ਵੀ 2007-8 ਦੌਰਾਨ ਉਹ ਪਹਿਲਾਂ ਗਏ ਆ, ਸਿੰਗਾਪੁਰ ਗਏ ਆ, ਉੱਥੋਂ ਵਾਪਸ ਆਏ, ਉਹ 1.5 ਸਾਲ ਲਾ ਕੇ ਉਹਨਾਂ ਨੇ ਇੱਕ ਦੀਵਾਨ ਸਜਾਣੇ ਸ਼ੁਰੂ ਕਰਤੇ। ਹੌਲੀ ਹੌਲੀ ਕਰਕੇ ਉਹਨਾਂ ਦੀ ਸਿੱਖੀ ਸੇਵਕੀ ਵੱਧ ਗਈ। ਫਿਰ ਉਹਨਾਂ ਨੇ ਦਮਦਮੀ ਟਕਸਾਲ ਰਾਜਪੁਰਾ ਬਣਾ ਲਈ ਔਰ ਉਸ ਤੋਂ ਬਾਅਦ ਇੱਕ ਸੁਸਾਇਟੀ ਬਣਾਈ ਹੋਰ ਇੱਕ, ਔਰ ਇਸ ਤਰ੍ਹਾਂ ਉਹ ਸਰਗਰਮੀ ਜਿਹੜੀ ਹੈਗੀ ਉਹਨਾਂ ਨੇ ਜਾਰੀ ਰੱਖੀ। ਪਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਵਾਨਾ ਇਹਨਾਂ ਦਿਨਾਂ ਦੌਰਾਨ ਸਮਾਜਿਕ ਕਾਰਜ ਕਰ ਰਹੇ ਸੀ, ਵੀ ਉਹ ਇਸ ਤਰ੍ਹਾਂ ਦੇ ਜਿਹੜੀ ਇਸ ਤਰ੍ਹਾਂ ਦੇ ਜਿਹੜੀਆਂ ਕਾਰਵਾਈਆਂ ਜਿਹੜੀਆਂ ਕਿ ਲੋਕਾਂ ਨੂੰ ਭੜਕਾਉਣ ਵਾਲੀਆਂ ਹੋਣ, ਇਹ ਵੀ ਦਾਅਵੇ ਕੀਤੇ ਜਾ ਰਹੇ ਆ ਕਿ ਨਹੀਂ। ਪਰ ਇਕੱਠ ਵੀ ਪੁਲਿਸ ਦੇ ਮੁਤਾਬਕ ਪਰਵਾਨਾ ਦੇ ਸੱਦੇ ਤੇ ਹੋਇਆ ਉੱਥੇ, ਜਿਹੜਾ ਕਾਰਨ ਬਣਿਆ ਹੈ ਟਕਰਾਅ ਦਾ। ਔਰ ਇੱਕ ਹੋਰ ਵੀ ਗੱਲ ਹੈ, ਜਿਹੜੇ ਗੁਰਪਤਵੰਤ ਦੇ ਨਾਲ ਪੰਨੂ ਨਾਲ ਜੁੜੀ ਜਾ ਰਹੀ ਹੈ ਕਿ ਉਹਨਾਂ ਨੇ ਜਦੋਂ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਹਰੀਸ਼ ਸਿੰਗਲਾ ਐਕਟਿਵ ਹੋਏ ਆ ਔਰ ਦਾਅਵਾ ਕਰ ਰਹੇ ਸੀ ਕਿ ਸਾਨੂੰ ਜਿਹੜਾ ਹੈਗਾ ਇਹ ਜੀ ਮੁੰਬਈ ਤੋਂ ਹੁਕਮ ਹੋਇਆ, ਤਾਂ ਕਰਕੇ ਅਸੀਂ ਸਾਰਾ ਪ੍ਰੋਗਰਾਮ ਬਣਾਇਆ। ਇਹ ਸਾਰਾ ਕੀ ਇਹ ਕਾਲਾ ਵਾਲਾ ਜਿਹਾ ਹੋਇਆ ਜੀ? ਨਹੀਂ, ਇਹ ਸਪਸ਼ਟ ਆ ਮਦਨਦੀਪ ਜੀ, ਗੱਲਾਂ ਬਿਲਕੁਲ ਸਪਸ਼ਟ ਆ। ਹਾਂਜੀ, ਜਿਹੜੀਆਂ ਤੁਸੀਂ ਗੱਲਾਂ ਦੱਸਦੇ ਹੋ, ਚਾਹੇ ਗੁਰਪਤਵੰਤ ਸਿੰਘ ਪੰਨੂ ਹੋਣ, ਜਿਨ੍ਹਾਂ ਦੀ ਸਿਕਸ ਫॉर ਜਸਟਿਸ ਜਿਹੜੀ ਸੰਸਥਾ ਆਰਗੇਨਾਈਜੇਸ਼ਨ ਆ ਭਾਰਤ ਦੇ ਵਿੱਚ, ਉਹ ਬੈਨ ਕੀਤੀ ਹੋਈ ਆ। ਹਾਂਜੀ, ਔਰ ਜਿਹੜੀਆਂ ਤੁਸੀਂ ਕੋਈ ਵੀ ਵੀਡੀਓ ਮੈਸੇਜ ਆ, ਇਸ ਤਰ੍ਹਾਂ ਦੇ ਹਜ਼ਾਰਾਂ ਮੈਸੇਜ ਤੁਹਾਨੂੰ ਸੋਸ਼ਲ ਮੀਡੀਆ ਤੇ ਰੋਜ਼ ਮਿਲ ਜਾਣਗੇ। ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਆ, ਹਰ ਰੋਜ਼ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਸੱਚ ਮੰਨ ਕੇ ਜਿਹੜਾ ਹੈ ਉਹਨਾਂ ਦੇ ਪਿੱਛੇ ਲੱਗ ਜਾਣਾ। ਕਿਸੇ ਵੀ ਤਰ੍ਹਾਂ ਦੀ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਦੀ, ਹੁਣ ਤੁਸੀਂ ਪਹਿਲਾਂ ਹਰੀਸ਼ ਸਿੰਗਲਾ ਤੇ ਆਓ। ਹਰੀਸ਼ ਸਿੰਗਲਾ ਨੂੰ ਇਹ ਕਾਲ ਦੇਣ ਦੀ ਕੀ ਲੋੜ ਪਈ? ਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੁੱਦਾ ਹੈ? ਲੋਕ ਬੜੀ ਸ਼ਾਂਤੀ ਦੇ ਨਾਲ ਬੈਠੇ ਆ, ਅਮਨ ਚੈਨ ਨਾਲ ਬੈਠੇ ਆ, ਤੇ ਫਿਰ ਤੁਹਾਨੂੰ ਇਸ ਦੀ ਲੋੜ ਕਿਉਂ ਪੈ ਗਈ? ਔਰ ਤੁਸੀਂ ਉਸ ਦਿਨ ਦੀਆਂ 29 ਅਪ੍ਰੈਲ ਦੀਆਂ ਤਸਵੀਰਾਂ ਦੇਖੋ। ਉਹ ਜਿਹੜਾ ਕਾਲੀ ਮਾਤਾ ਦਾ ਮੰਦਿਰ ਆ, ਉਸ ਦੇ ਨਾਲ ਇੱਕ ਲੰਗਰ ਭਵਨ ਆ। ਲੰਗਰ ਭਵਨ ਤੋਂ ਅਸੀਂ ਤਸਵੀਰਾਂ ਦੇਖੀਆਂ ਕਿ ਕਾਫੀ ਲੋਕ ਉੱਥੇ ਇਕੱਠੇ ਹੋ ਕੇ ਇੱਟਾਂ ਵੱਟੇ ਮਾਰ ਰਹੇ ਸੀ, ਪੱਥਰ ਚਲਾ ਰਹੇ ਸੀ, ਜਿਹਦੇ ਨਾਲ ਕੁਝ ਲੋਕ ਇੰਜਰਡ ਵੀ ਹੋਏ ਆ। ਉਹ ਕਿੰਨਾ ਤੇ ਇੱਟਾਂ ਪੱਥਰ ਮਾਰ ਰਹੇ ਸੀ? ਕਿ ਉਹ ਪੁਲਿਸ ਤੇ ਮਾਰ ਰਹੇ ਸੀ ਜਾਂ ਉਹ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਸਿੱਖ ਸੰਸਥਾਵਾਂ ਤੇ ਮਾਰ ਰਹੇ ਸੀ? ਦੂਸਰੀ ਇਹ 'ਚ ਤੁਸੀਂ ਇੱਕ ਅਹਿਮ ਗੱਲ ਸਮਝੋ
ਕਿ ਜਿਹੜੀ ਮੰਦਿਰ ਆ ਕਾਲੀ ਮਾਤਾ ਦਾ ਮੰਦਿਰ, ਉੱਥੋਂ ਦੀ ਜਿਹੜੀ ਮੈਨੇਜਮੈਂਟ ਆ, ਉੱਥੋਂ ਦਾ ਪ੍ਰਸ਼ਾਸਨ ਆ, ਉਹ ਇਸ ਤਰ੍ਹਾਂ ਦੇ ਕਿਸੇ ਵੀ ਜਲਸੇ ਕੱਢਣ ਤੇ ਜਲੂਸ ਕੱਢਣ ਦੇ ਬਿਲਕੁਲ ਸਖਤ ਖਿਲਾਫ ਸੀ। ਉਹਨਾਂ ਨੇ ਬਲਕਿ ਇਹ ਜਿਹੜੇ ਹਰੀਸ਼ ਸਿੰਗਲਾ ਉਹਨਾਂ ਦਾ ਸਖਤ ਵਿਰੋਧ ਕੀਤਾ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਕਿਸ ਤਰ੍ਹਾਂ ਹਰੀਸ਼ ਸਿੰਗਲਾ ਦਾ ਮੁੰਡਾ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਝਗੜਾ ਹੋਇਆ, ਉਹਨਾਂ ਨਾਲ ਭਿੜ ਪਿਆ, ਆਪਸ ਦੇ ਵਿੱਚ ਗੁੱਥਾ ਮੁੱਥੀ ਹੋਈ, ਉਹਨਾਂ ਦੀ ਕਾਰ ਵੀ ਤੋੜੀ ਗਈ। ਔਰ ਉਹਨਾਂ ਨੇ ਕਿਹਾ ਕਿ ਜੋ ਹਰੀਸ਼ ਸਿੰਗਲਾ ਕਰ ਰਹੇ ਆ ਇਸ ਦੀ ਅਸੀਂ ਨਿਖੇਧੀ ਕਰਦੇ ਹਾਂ। ਇਸੇ ਤਰ੍ਹਾਂ ਕੁਝ ਸਿੱਖ ਸੰਸਥਾਵਾਂ ਨੇ ਵੀ ਕਿਹਾ ਕਿ ਅਸੀਂ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਤੇ ਅਸੀਂ ਇਸ ਦੇ ਬਿਲਕੁਲ ਹਮਾਇਤ 'ਚ ਨਹੀਂ ਹੈ, ਚਾਹੇ ਉਹ ਵਿਰੋਧ ਹੋਵੇ ਤੇ ਚਾਹੇ ਇਹਦੀ ਹਮਾਇਤ 'ਚ ਕੋਈ ਖਾਲਿਸਤਾਨ ਦਾ ਜਲੂਸ ਕੱਢ ਰਿਹਾ ਹੋਵੇ ਜਾਂ ਪ੍ਰੋਸੈਸ਼ਨ ਕੱਢ ਰਿਹਾ ਹੋਵੇ। ਕਹਿਣ ਦਾ ਮਤਲਬ ਵੀ ਜ਼ਿਆਦਾ ਜਿਹੜੇ ਲੋਕ ਨੇ, ਜੇ ਇਹਨੂੰ ਧਾਰਮਿਕ ਮੁੱਦਾ ਵੀ ਬਣਾਇਆ ਜਾ ਰਿਹਾ ਤਾਂ ਉਹ ਬਿਲਕੁਲ ਇਸ ਦੇ ਖਿਲਾਫ ਨੇ। ਸਿਰਫ ਕੁਝ ਅਨਸਰ ਜਿਵੇਂ ਹਰੀਸ਼ ਸਿੰਗਲਾ ਜਿਨ੍ਹਾਂ ਨੂੰ ਫੜ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ, ਜਾਂ ਜਿਹੜੇ ਉਹਨਾਂ ਦੇ ਨਾਲ ਦੇ ਨੇ ਸ਼ੰਕਰ ਭਾਰਦਵਾਜ ਹੋਏ, ਇਸੇ ਤਰ੍ਹਾਂ ਇੱਕ ਹੋਰ ਨੇ ਜੱਗੀ ਪੰਡਿਤ, ਉਹਨਾਂ ਨੂੰ ਵੀ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ। 9 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਨੇ, ਜਿਸ ਤਰ੍ਹਾਂ ਤੁਸੀਂ ਪਰਵਾਨਾ ਹੋਣ ਦੀ ਵੀ ਗੱਲ ਕੀਤੀ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਦੋਂ ਉਸ ਵਕਤ ਹੋ ਰਹੀਆਂ ਨੇ, ਜਦੋਂ ਪੰਜਾਬ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸ ਕੇ ਹਟਾ ਕਿ ਕਿਸੇ ਤਰ੍ਹਾਂ ਦੀ ਕੋਈ ਟਰੈਕਸ਼ਨ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਮੂਵਮੈਂਟ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਦੇਖੋ ਪ੍ਰਸ਼ਾਸਨ ਦੀ ਸਭ ਤੋਂ ਜ਼ਿਆਦਾ ਨਲਾਇਕੀ ਇਹ ਰਹੀ ਆ ਕਿ ਪੁਲਿਸ ਪ੍ਰਸ਼ਾਸਨ ਨੇ ਖਾਸ ਤੌਰ ਤੇ ਪ੍ਰੀਵੈਂਟਿਵ ਜਿਹੜੀਆਂ ਅਰੈਸਟ ਹੋਣੀਆਂ ਚਾਹੀਦੀਆਂ ਸੀ, ਜਦੋਂ ਪਤਾ ਸੀ ਕਿ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ, ਪਰ ਫਿਰ ਵੀ ਇਹ ਥਾਂ-ਥਾਂ ਤੇ ਇਕੱਠੇ ਹੋ ਕੇ ਕਿਸੇ ਤਰ੍ਹਾਂ ਦਾ ਹੁੜਦੰਗ ਮਚਾ ਸਕਦੇ ਨੇ, ਕਿਸੇ ਤਰ੍ਹਾਂ ਦੀ ਹਿੰਸਾ ਪੈਦਾ ਕਰ ਸਕਦੇ ਨੇ। ਇਸੇ ਕਰਕੇ ਜਿਹੜਾ ਪੁਰਾਣੇ IGC, SSPC, SPC, DSPC, SHOC ਤਮਾਮ ਜਿਹੜੇ ਸੀਗੇ ਅਧਿਕਾਰੀ ਉਹ ਬਦਲ ਦਿੱਤੇ ਗਏ। ਹਾਂ, ਇਹ ਗੱਲ ਜ਼ਰੂਰ ਹੋਈ ਜਦੋਂ ਭਗਵੰਤ ਮਾਨ ਹੋਣਾ ਨੇ DGP ਜਾਂ ਬਾਕੀ ਜਿਹੜੇ ਉੱਚ ਅਧਿਕਾਰੀਆਂ ਦੀ ਮੀਟਿੰਗ ਲਿੱਤੀ, ਉਹਨਾਂ ਦਾ ਇਹ ਗੁੱਸਾ DGP ਤੇ ਵੀ ਰਿਹਾ, VK ਭਾਮਰਾ ਜਿਹੜੇ ਸੀ, ਕਿ ਤੁਸੀਂ ਸਮੇਂ ਸਿਰ ਰਹਿੰਦੇ ਹੋਏ ਥੱਲੇ ਜਿਹੜੀ ਇੰਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ, ਥੱਲੜੇ ਅਧਿਕਾਰੀਆਂ ਨੇ ਕਾਰਵਾਈ ਕਿਉਂ ਨਹੀਂ ਕੀਤੀ, ਔਰ ਕਾਰਵਾਈ ਕਰਨੀ ਬਣਦੀ ਸੀ। ਪਰ ਨਾਲ ਦੀ ਨਾਲ ਇਹ ਵੀ ਕਹਿਣਾ ਜ਼ਰੂਰੀ ਹੋਊਗਾ ਕਿ ਤੁਸੀਂ ਦੇਖੋ ਅਗਲੇ ਦਿਨ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਬਦਲ ਦਿੱਤਾ ਜਾਂਦਾ। ਇਹ ਇੱਕ ਚੰਗੀ ਗੱਲ ਆ, ਤਾਂ ਕਿ ਇੱਕ ਮੈਸੇਜ ਆਉਣਾ ਬਹੁਤ ਜ਼ਰੂਰੀ ਸੀ ਕਿ ਜੇ ਤੁਸੀਂ ਸਮੇਂ ਸਿਰ ਰਹਿੰਦੇ ਕਾਰਵਾਈ ਨਹੀਂ ਕਰੋਗੇ ਤੇ ਤੁਸੀਂ ਜਿਹੜੀਆਂ ਅਧਿਕਾਰ, ਜਿਹੜੇ ਤੁਸੀਂ ਪੋਸਟ ਭਾਲਦੇ ਹੋ ਜਾਂ ਜਿੱਥੇ ਤੁਸੀਂ ਅਧਿਕਾਰਕ ਤੌਰ ਤੇ ਲੱਗੇ ਹੋਏ ਹੋ ਜਾਂ ਜਿੱਥੇ ਤੁਹਾਡੀਆਂ ਪੋਸਟਿੰਗਸ ਹੋਈਆਂ, ਉੱਥੇ ਤੁਸੀਂ ਨਹੀਂ ਰਹਿ ਸਕਦੇ। ਹੁਣ ਤੁਸੀਂ ਦੇਖੋ ਨਵਾਂ ਪ੍ਰਸ਼ਾਸਨ ਆਉਂਦਾ, ਉਹਨਾਂ ਨੇ ਆਪਣੀਆਂ ਡਿਊਟੀ ਸਾਂਭ ਲਈਆਂ, ਫੜੋ ਫੜਾਈ ਵੀ ਸ਼ੁਰੂ ਹੁੰਦੀ ਆ, ਅਰੈਸਟ ਹੁੰਦੀਆਂ, ਇਨਵੈਸਟੀਗੇਸ਼ਨ ਜਾਰੀ ਹੈ। ਇਨਵੈਸਟੀਗੇਸ਼ਨ ਦੇ ਵਿੱਚੋਂ ਹੋਰ ਕਿਹੜੇ ਵਿਅਕਤੀ ਨੇ ਇਸ ਤਰ੍ਹਾਂ ਦੇ, ਕਿਉਂਕਿ ਇੱਕ ਗੱਲ ਬੜੀ ਸਪਸ਼ਟ ਆ। ਅੱਜ ਮੈਂ ਜਿਹੜੇ ਉੱਥੋਂ ਦੇ ਪਟਿਆਲਾ ਰੇਂਜ ਦੇ IG ਨੇ ਮੁਖਵਿੰਦਰ ਸਿੰਘ ਛੀਨਾ, ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ। ਉਹ ਕਹਿੰਦੇ ਮੈਨੂੰ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ, ਉਹਨਾਂ ਦੀਆਂ ਬੜੀਆਂ ਕਲੀਅਰ ਇੰਸਟਰਕਸ਼ਨਸ ਆ ਕਿ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਜਿਸਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਕੋਈ ਵੀ ਵਿਅਕਤੀ ਹੋਵੇ। ਔਰ ਦੂਸਰੇ ਪਾਸੇ ਦੇਖੋ, ਮੈਨੂੰ ਬੜੀ ਹੈਰਾਨੀ ਹੁੰਦੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ। ਭਾਰਤੀ ਜਨਤਾ ਪਾਰਟੀ ਦੇ ਕੋਈ ਪ੍ਰਵਕਤਾ ਆ ਕੇ ਕਹਿ ਰਹੇ ਸੀ ਕਿ ਭਗਵੰਤ ਮਾਨ ਨੂੰ ਆਪਣੇ ਜਿਹੜਾ ਉਹਨਾਂ ਕੋਲ ਮਹਿਕਮਾ ਹੋਮ ਅਫੇਅਰਸ ਐਂਡ ਜਸਟਿਸ, ਪੁਲਿਸ ਦਾ ਮਹਿਕਮਾ, ਉਸ ਤੋਂ ਅਸਤੀਫਾ ਦੇਣਾ ਚਾਹੀਦਾ। ਕੀ ਇਹ ਭਾਰਤੀ ਜਨਤਾ ਦੇ ਪ੍ਰਵਕਤਾਵਾਂ ਨੇ ਜਾਂ ਇਹਨਾਂ ਦੇ ਸਪੋਕਸਪਰਸਨ ਨੇ ਕਦੇ ਆਪਣੀ ਸਰਕਾਰ ਤੋਂ ਪੁੱਛਿਆ? ਦਿੱਲੀ ਪੁਲਿਸ ਇਹਨਾਂ ਕੋਲੇ ਆ। ਦਿੱਲੀ ਪੁਲਿਸ ਦੇ ਵਿੱਚ ਸਨ 2020 ਦੇ ਵਿੱਚ ਵੀ ਉੱਥੇ ਇੱਕ ਤਰ੍ਹਾਂ ਦਾ ਹਿੰਸਾ ਹੁੰਦੀ ਆ, 53 ਵਿਅਕਤੀ ਮਾਰੇ ਜਾਂਦੇ ਨੇ, ਕਈ ਵਿਅਕਤੀ ਇੰਜਰਡ ਹੋ ਜਾਂਦੇ ਨੇ, ਲੇਕਿਨ ਕੋਈ ਕਾਰਵਾਈ ਹਜੇ ਤੱਕ ਸਾਨੂੰ ਨਹੀਂ ਲੱਗਦਾ ਕਿ ਜਾਂ ਪੁਲਿਸ ਤੇ ਹੋਈ ਹੋਵੇ ਜਾਂ ਇਹਨਾਂ ਨੇ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦਾ ਕੋਈ ਅਸਤੀਫਾ ਮੰਗਿਆ ਹੋਵੇ ਕਿ ਤੁਸੀਂ ਅਸਤੀਫਾ ਦਿਓ। ਹੁਣ ਫਿਰ ਪਿੱਛੇ ਜੇ ਫਿਰ ਦੁਬਾਰਾ ਹਿੰਸਾ ਹੁੰਦੀ ਆ ਜਹਾਂਗੀਰਪੁਰੀ ਦੇ ਵਿੱਚ, ਉਹ ਤੁਹਾਨੂੰ ਪਤਾ ਹੀ ਆ ਉੱਥੇ, ਉਸ ਤੋਂ ਬਾਅਦ, ਲੇਕਿਨ ਉਸ ਵਕਤ ਵੀ ਨਹੀਂ ਕੋਈ ਇਸ ਤਰ੍ਹਾਂ ਦਾ ਅਸਤੀਫਾ ਮੰਗਿਆ ਜਾਂਦਾ। ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ 16 ਅਪ੍ਰੈਲ ਨੂੰ ਜਿਸ ਦਿਨ ਹਨੂਮਨ ਜਯੰਤੀ ਸੀ, ਉਸ ਤੋਂ ਬਾਅਦ 10 ਅਪ੍ਰੈਲ ਜਿਸ ਦਿਨ ਰਾਮਨੌਮੀ ਸੀ, ਕਈ ਹਿੱਸਿਆਂ ਦੇ ਭਾਰਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦੀ ਹਿੰਸਾ ਵੇਖਣ ਨੂੰ ਮਿਲੀ। ਰਾਜਸਥਾਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਿੰਸਾ ਦੇਖਣ ਨੂੰ ਮਿਲੀ, ਲੇਕਿਨ ਕੀ ਅਸਤੀਫਾ? ਸੋ ਮੇਰਾ ਕਹਿਣ ਦਾ ਮਤਲਬ ਆ ਕਿ ਇਹ ਜਿਹੜੇ ਪੋਲੀਟੀਕਲ ਪਾਰਟੀਆਂ ਨੇ, ਇਹ ਰਾਜਨੀਤੀ ਤਾਂ ਠੀਕ ਹੈ, ਇਹ ਕਈ ਮੁੱਦਿਆਂ ਤੇ ਕਰ ਸਕਦੇ ਨੇ, ਲੇਕਿਨ ਮੈਨੂੰ ਲੱਗਦਾ ਇਸ ਟਾਈਮ ਲੋੜ ਆ, ਪੰਜਾਬ ਨੇ ਜਿਹੜਾ ਅਮਨ ਕਾਨੂੰਨ ਆ, ਜਿਹੜੀ ਸ਼ਾਂਤੀ ਹੈ, ਉਹ ਬਹੁਤ ਲੜ ਕੇ ਤੇ ਬੜੀ ਮਿਹਨਤ ਦੇ ਨਾਲ ਤੇ ਬੜੇ ਜਜ਼ਬੇ ਨਾਲ ਦੁਬਾਰਾ ਪ੍ਰਾਪਤ ਕੀਤੀ ਹੈ। ਔਰ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਰੇ ਭਾਈਚਾਰਿਆਂ ਨੂੰ ਉਸ ਮਾੜੇ ਸਮੇਂ ਦਾ ਸੇਕ ਲੱਗਾ ਹੈ, ਕੋਈ ਵੀ ਭਾਈਚਾਰਾ ਉਸ ਦੇ ਵਿੱਚ ਬਚਿਆ ਨਹੀਂ ਹੈ। ਸੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸੋ ਮੈਨੂੰ ਲੱਗਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਹੁਣ ਵੀ ਦੇਖੋ ਬਹੁਤ ਸਾਰੀਆਂ ਜਿਹੜੀਆਂ ਐਂਟੀ ਪੁਲਿਸ ਦੀਆਂ ਜਿਹੜੀਆਂ ਐਂਟੀ ਰਾਈਟਸ
ਪੁਲਿਸ ਦੀਆਂ ਸਕੁਆਡਸ ਆ ਉਹ ਉੱਥੇ ਡਿਪਲਾਈ ਕੀਤੀਆਂ ਹੋਈਆਂ, ਉੱਥੇ ਲਗਾਈਆਂ ਗਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਮਾਮਲੇ ਸੈਂਸਿਟਿਵ ਜ਼ਰੂਰ ਨੇ, ਕੁਝ ਜਿਹੜੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਉਹ ਜਾਣ ਬੁੱਝ ਕੇ ਹੁਣ ਉਹਨਾਂ ਦੇ ਹੱਕ 'ਚ ਜਾਂ ਵਿਰੋਧ 'ਚ ਵੀ ਬਿਆਨ ਦੇ ਰਹੀਆਂ ਨੇ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਅਹਿਮ ਜ਼ਰੂਰ ਦੱਸਣੀ ਚਾਹੁੰਦਾ, ਉਹ ਮਦਨਦੀਪ ਜੀ, ਕਿ ਇਹਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਆ। ਇਹ ਕਾਲੀ ਮਾਤਾ ਮੰਦਿਰ ਦੇ ਜਿਹੜਾ ਪ੍ਰਸ਼ਾਸਨ ਆ, ਉੱਥੋਂ ਦੀ ਮੈਨੇਜਮੈਂਟ ਆ, ਉਹਨਾਂ ਨੇ ਵੀ ਗੱਲ ਕਹੀ ਆ, ਹੋਰ ਵੀ ਕਾਫੀ ਜਗ੍ਹਾ ਤੋਂ ਇਹ ਗੱਲ ਆਈ ਹੈ ਕਿ ਇਹ ਲੋਕ ਆਮ ਤੌਰ ਤੇ ਇਸ ਤਰ੍ਹਾਂ ਦੇ ਵਿਵਾਦ ਤਾਂ ਪੈਦਾ ਕਰਦੇ ਆ ਤਾਂ ਕਿ ਇਹ ਸਿਕਿਉਰਿਟੀਜ਼ ਮਿਲਣ, ਜਾਂ ਕਿਸੇ ਦੇ ਇਸ਼ਾਰੇ ਤੇ ਕਰਦੇ ਆ ਤਾਂ ਕਿ ਮਾਹੌਲ ਖਰਾਬ ਕੀਤਾ ਜਾਵੇ, ਜਾਂ ਜਿਹੜੀ ਇੱਕ ਨਵੀਂ 6 ਹਫ਼ਤੇ ਪਹਿਲਾਂ ਸਰਕਾਰ ਬਣੀ ਆ ਉਸ ਨੂੰ ਡੀਸਟੈਬਲਾਈਜ਼ ਕੀਤਾ ਜਾਵੇ। ਇਹ ਕਿਸ ਦੇ ਇਸ਼ਾਰੇ ਤੇ ਹੋਇਆ, ਕਿਉਂ ਕੀਤਾ ਜਾ ਰਿਹਾ, ਇਹਦਾ ਕੀ ਮਕਸਦ ਆ, ਇਹ ਪਤਾ ਕਰਨਾ ਪੁਲਿਸ ਦਾ ਕੰਮ ਆ। ਬਹੁਤ ਮਹੱਤਵਪੂਰਨ ਗੱਲ ਹੈ। ਪਰ ਸੁਰੱਖਿਆ ਤੇ ਇਹਨਾਂ ਨੂੰ ਪਹਿਲਾਂ ਵੀ ਮਿਲੀ ਹੋਈ ਹੈ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜਾ ਬਰਜਿੰਦਰ ਸਿੰਘ ਪਰਵਾਨਾ ਆ ਉਹਨੂੰ ਵੀ ਸੁਰੱਖਿਆ ਮਿਲੀ ਹੋਈ ਹੈ, ਉਹਨੂੰ ਕਿਉਂ ਮਿਲੀ ਹੋਈ ਹੈ। ਹਰੀਸ਼ ਸਿੰਗਲਾ ਜਿਹੜੇ ਹੈਗੇ ਆ, ਜਿਨ੍ਹਾਂ ਨੇ ਸਾਰੇ ਜਿਹੜੇ ਪੁਆੜੇ ਦੀ ਜੜ ਆ, ਉਹਨੂੰ ਵੀ ਮਿਲੀ ਹੋਈ ਹੈ। ਇਹਨਾਂ ਨੂੰ ਸੁਰੱਖਿਆ ਕੋ ਦਿੱਤੀ ਹੋਈ ਹੈ, ਇਹਦੇ ਪਿੱਛੇ ਕੌਣ ਹੈਗੇ ਆ? ਸ਼ੱਕ ਦੇ ਘੇਰੇ ਤਾਂ ਪਹਿਲੇ ਹੀ ਨੇ ਇਹ। ਜੀ ਮਦਨਦੀਪ ਜੀ, ਦੇਖੋ ਪਿਛਲੇ ਦਿਨਾਂ ਦੇ ਵਿੱਚ ਲਗਭਗ 184 VIP ਸੀ, ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਸੀ ਜਿਨ੍ਹਾਂ ਤੋਂ ਸਿਕਿਉਰਿਟੀ ਕਵਰ ਸੀ ਜਾਂ ਉਹਨਾਂ ਦੀ ਜਿਹੜੀ ਸੁਰੱਖਿਆ ਸੀ ਉਹ ਵਾਪਸ ਲੈ ਲਈ ਗਈ ਸੀ। ਇਸ ਗੱਲ ਕਰਕੇ ਪੰਜਾਬ ਦੇ ਵਿੱਚ ਜਿਹੜਾ ਇੱਕ ਕਲਚਰ ਆ ਕਿ ਆਪਣੇ ਨਾਲ ਸੁਰੱਖਿਆ ਦਾ ਅਮਲਾ ਫੈਲਾ ਰੱਖ ਕੇ ਤੁਸੀਂ ਆਮ ਲੋਕਾਂ ਤੇ ਰੋਹ ਪਾਉਂਦੇ ਹੋ, ਇੱਕ ਤਰ੍ਹਾਂ ਦੀ ਆਪਣੀ ਤੁਸੀਂ ਜਿਹੜੀ ਲੀਡਰੀ ਹੈ ਜਿਹਨੂੰ ਅਸੀਂ ਕਹਿੰਦੇ ਆ, ਜਾਂ ਆਪਣੇ ਆਪ ਦੀ ਸਿਆਸਤ ਚਮਕਾਉਂਦੇ ਹੋ, ਜਾਂ ਆਪਣੇ ਆਪ ਨੂੰ ਇਹ ਕਹਾਉਂਦੇ ਹੋ ਕਿ ਤੁਸੀਂ ਕੋਈ ਬਹੁਤ ਜ਼ਿਆਦਾ ਮਹੱਤਵਪੂਰਨ ਵਿਅਕਤੀ ਹੋ। ਕੰਮਕਾਰ ਤਾਂ ਇਹਨਾਂ ਦੇ ਇਸ ਤਰ੍ਹਾਂ ਦੇ ਹੁੰਦੇ ਆ, ਲੇਕਿਨ ਇਹਨਾਂ ਛੋਟੀਆਂ ਗੱਲਾਂ ਕਰਕੇ ਕਿ ਇਹਨਾਂ ਦੀ ਜਾਨ ਨੂੰ ਖਤਰਾ, ਫਿਰ ਇਹ ਐਪਲੀਕੇਸ਼ਨਸ ਲਾਉਂਦੇ ਨੇ, ਇਹ ਜਾ ਕੇ ਪਹਿਲਾਂ ਪੁਲਿਸ ਨੂੰ ਐਪਲੀਕੇਸ਼ਨ ਲਾਉਂਦੇ ਨੇ, ਅਰਜ਼ੀਆਂ, ਫਿਰ ਉੱਥੇ ਜਾ ਕੇ ਕੋਰਟਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਦਾਅਵੇ ਕਰਦੇ ਨੇ ਕਿ ਸਾਡੀ ਜਾਨ ਨੂੰ ਕਿਸੇ ਨਾ ਕਿਸੇ ਖਾਸ ਤਬਕੇ ਤੋਂ ਜਾਂ ਕਿਸੇ ਖਾਸ ਸੰਸਥਾ ਤੋਂ ਖਤਰਾ, ਤੇ ਫਿਰ ਇਹਨਾਂ ਨੂੰ ਇੱਥੋਂ ਤੱਕ ਕਿ ਕਈ ਵਾਰੀ ਕੋਰਟ ਚੋਂ ਵੀ ਇਹ ਆਰਡਰ ਲੈ ਆਉਂਦੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਸਾਰਾ ਕੁਝ ਕੀਤਾ ਜਾਂਦਾ। ਇਹਦੇ ਪਿੱਛੇ ਹੋਰ ਕੀ ਮਕਸਦ ਨੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਜਾਏਗੀ ਉਹ ਸਾਨੂੰ ਪਤਾ ਲੱਗੇਗਾ। ਸੋ ਵਾਕਿਆ ਹੀ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਹੋਰ ਕੀ ਕੁਝ ਨਿਕਲਦਾ ਹੈ। ਪਰ ਅਗਲੀ ਖਬਰ ਜਿਹੜੀ ਹੈਗੀ ਕਿਤਾਬਾਂ ਦਾ ਜਿਹੜਾ ਮਾਮਲਾ, ਮਨਪ੍ਰੀਤ ਜੀ, ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੀ 10 ਸਾਲ ਸਰਕਾਰ ਰਹੀ, ਬਾਅਦ 'ਚ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, ਔਰ ਲੰਬੇ ਸਮੇਂ ਤੋਂ ਵਿਵਾਦ ਹੈ ਕਿ ਸਿੱਖ ਇਤਿਹਾਸ ਗਲਤ ਪੜ੍ਹਾਇਆ ਜਾ ਰਿਹਾ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ। ਪਰ ਕਮਾਲ ਦੀ ਗੱਲ ਇਹ ਆ ਕਿ ਇਹਨਾਂ 3 ਸਮੇਂ ਦੀਆਂ ਸਰਕਾਰਾਂ ਨੇ ਬਿਲਕੁਲ ਉਧਰ ਧਿਆਨ ਨਹੀਂ ਦਿੱਤਾ, ਪਰ ਭਗਵੰਤ ਮਾਨ ਨੇ ਆਉਂਦਿਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਆ ਔਰ ਕਿਤਾਬਾਂ ਉੱਤੇ ਪਾਬੰਦੀ ਲਾ ਦਿੱਤੀ ਹੈ। ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ? ਦੇਖੋ ਮਦਨਦੀਪ ਜੀ, ਕਾਫੀ ਦੇਰ ਤੋਂ ਇਹ ਮਸਲਾ ਭਖ ਰਿਹਾ ਸੀ, ਔਰ ਤੁਸੀਂ ਬਿਲਕੁਲ ਇਹ ਗੱਲ ਦਰੁਸਤ ਕਹੀ ਹੈ ਕਿ ਬਹੁਤ ਦੇਰ ਤੋਂ ਕਈ ਸਰਕਾਰਾਂ ਵੇਲੇ ਤੋਂ ਇਹਨਾਂ ਕਿਤਾਬਾਂ ਤੇ ਜਿਹੜੀਆਂ 12ਵੀਂ ਕਲਾਸ ਨੂੰ ਹਿਸਟਰੀ ਦੀਆਂ ਕਿਤਾਬਾਂ ਲਗਾਈਆਂ ਜਾਂਦੀਆਂ ਨੇ, ਇਹ ਉਹਨਾਂ ਤੇ ਵਿਵਾਦ ਸੀ। ਹੁਣ ਮੀਤ ਹੇਅਰ ਜਿਹੜੇ ਐਜੂਕੇਸ਼ਨ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਇੱਕ ਕਮੇਟੀ ਬਣਾਈ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਪ੍ਰੋਫੈਸਰ ਯੋਗਰਾਜ ਉਹਨਾਂ ਨੂੰ ਕਿਹਾ ਸੀ ਕਿ ਇਸ ਮਾਮਲੇ ਨੂੰ ਤੁਸੀਂ ਜਲਦੀ ਨਿਪਟਾਓ। ਉਹਨਾਂ ਨੇ ਇੱਕ ਕਮੇਟੀ ਬਣਾਤੀ ਸੀ, IPS ਮਲਹੋਤਰਾ, OSD ਆਫੀਸਰ ਔਨ ਸਪੈਸ਼ਲ ਡਿਊਟੀ, ਜਿਹੜੇ ਸਾਬਕਾ ਰਹੇ ਨੇ ਡਾਇਰੈਕਟਰ ਜਨਰਲ ਆਫ ਐਜੂਕੇਸ਼ਨ ਦੇ OSD ਸੀ। ਇਹਨਾਂ ਦੇ ਅਧੀਨ ਇਹ ਕਮੇਟੀ ਬਣੀ ਸੀ। ਇਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ, ਔਰ ਰਿਪੋਰਟ ਦੇ ਵਿੱਚ ਮਦਨਦੀਪ ਜੀ 3 ਕਿਤਾਬਾਂ ਤੇ, ਜਿਹੜਾ ਹਿਸਟਰੀ ਦੀਆਂ ਕਿਤਾਬਾਂ 12ਵੀਂ ਕਲਾਸ ਨੂੰ 12th ਕਲਾਸ ਨੂੰ ਲੱਗਦੀਆਂ, ਉਹਨਾਂ ਤੇ ਉਹਨਾਂ ਨੇ ਫਿਲਹਾਲ ਲਈ ਬੈਨ ਲਾਤਾ। ਇੱਕ ਤਾਂ ਹੈ ਕਿਤਾਬ ABC ਆਫ ਹਿਸਟਰੀ ਆਫ ਪੰਜਾਬ। ABC ਆਫ ਹਿਸਟਰੀ ਆਫ ਪੰਜਾਬ ਲਿਖੀ ਹੈ ਡਾਕਟਰ ਮਨਜੀਤ ਸਿੰਘ ਸੋਢੀ ਹੁਣਾਂ। ਇੱਕ ਤਾਂ ਇਹ ਕਿਤਾਬ ਤੇ ਬੈਨ ਲਗਾ ਦਿੱਤਾ। ਦੂਸਰੀ ਕਿਤਾਬ ਆ ਹਿਸਟਰੀ ਆਫ ਪੰਜਾਬ, ਇਹ ਲਿਖੀ ਆ ਡਾਕਟਰ ਮਹਿੰਦਰ ਪਾਲ ਕੌਰ ਨੇ। ਔਰ ਤੀਸਰੀ ਕਿਤਾਬ ਆ ਹਿਸਟਰੀ ਆਫ ਪੰਜਾਬ, ਇਹ ਲਿਖੀ ਆ ਡਾਕਟਰ MS ਮਾਨ ਨੇ। ਹੁਣ ਇਹਨਾਂ ਕਿਤਾਬਾਂ ਦੇ ਵਿੱਚ ਦਰਅਸਲ ਆਬਜੈਕਸ਼ਨਸ ਇਹ ਆ ਕਿ ਥੋੜੇ ਜਿਹੜੀ ਸਿੱਖ ਹਿਸਟਰੀ ਨੂੰ ਜਿਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕੀਤਾ, ਇਸੇ ਤਰ੍ਹਾਂ ਜਿਹੜੀ ਫਰੀडम ਸਟਰਗਲ ਹੋਈ ਆ, ਫਰੀडम ਮੂਵਮੈਂਟ ਹੋਈ ਆ ਭਾਰਤ ਦੀ, ਜਿਸ ਕਰਕੇ ਭਾਰਤ ਨੂੰ 1947 ਦੇ ਵਿੱਚ 1947 ਦੇ ਵਿੱਚ ਆਜ਼ਾਦੀ ਮਿਲਦੀ ਆ, ਉਸ ਦੇ ਤੱਥ ਵੀ ਜਿਹੜੇ ਆ ਉਹ ਥੋੜੇ ਤਰੋੜ ਮਰੋੜ ਕੇ ਪੇਸ਼ ਕੀਤੇ ਗਏ ਆ। ਫਿਲਹਾਲ ਇੱਕ ਹੋਰ ਕਿਤਾਬ ਆ, ਉਸ ਤੇ ਵੀ ਨਜ਼ਰ ਬਣੀ ਹੋਈ ਹੈ। AC ਅਰੋੜਾ ਨੇ ਇੱਕ ਕਿਤਾਬ ਲਿਖੀ ਆ
ਉਸ ਤੇ ਵੀ ਇਹਨਾਂ ਨੇ ਪੰਜਾਬ ਸਰਕਾਰ ਨੇ ਨਜ਼ਰ ਬਣਾ ਕੇ ਰੱਖੀ ਆ। ਲੇਕਿਨ ਫਿਲਹਾਲ 3 ਕਿਤਾਬਾਂ ਤੇ ਉਹਨਾਂ ਨੇ ਇਮੀਡੀਏਟ ਬੈਨ ਲਗਾ ਦਿੱਤਾ ਤਾਂ ਕਿ ਇਹ ਜਿਹੜਾ 12ਵੀਂ ਕਲਾਸ ਨੂੰ ਇਹ ਕਿਤਾਬਾਂ ਨਾ ਪੜ੍ਹਾਈਆਂ ਜਾਣ। ਇਹਦੇ ਕਿਹੜੇ-ਕਿਹੜੇ ਤੱਥ ਨੇ, ਕਿਸ ਤਰ੍ਹਾਂ ਹੁਣ ਇਹਦੀ ਪੜਚੋਲ ਕਰਨਗੇ, ਕਿਸ ਤਰ੍ਹਾਂ ਉਹਨਾਂ ਨੂੰ ਖੰਗਾਲਣਗੇ, ਔਰ ਜਿਹੜੀਆਂ ਤਰੁੱਟੀਆਂ ਜਾਂ ਕੁਰੀਤੀਆਂ ਪਾਈਆਂ ਗਈਆਂ ਨੇ, ਉਹ ਜਿਹੜੇ ਫੈਕਟਸ ਗਏ ਨੇ ਉਹਦੇ ਵਿੱਚ ਗਲਤ ਢੰਗ ਨਾਲ ਪੇਸ਼ ਕੀਤੇ ਗਏ ਨੇ, ਉਹ ਕਿਸ ਤਰ੍ਹਾਂ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ, ਜਾਂ ਫਿਰ ਉਹ ਜਿਹੜੀਆਂ ਕਿਤਾਬਾਂ ਸਦਾ ਲਈ ਬੈਨ ਹੋ ਜਾਣਗੀਆਂ ਔਰ ਦੁਬਾਰਾ ਇਹਨਾਂ 12th ਕਲਾਸ ਨੂੰ ਨਹੀਂ ਲਗਾਈਆਂ ਜਾਣਗੀਆਂ, ਇਹ ਹੁਣ ਸਮਾਂ ਦੱਸੂਗਾ। ਲੇਕਿਨ ਹਾਂ, ਇਸ ਤੇ ਕਾਰਵਾਈ ਜਿਹੜੀ ਆ ਉਹ ਜ਼ਰੂਰ ਹੋਈ ਆ। ਜੀ ਮਦਨਦੀਪ ਜੀ। ਮਨਪ੍ਰੀਤ ਜੀ, ਬੜੀ ਹੈਰਾਨੀ ਦੀ ਗੱਲ ਹੈ ਕਿ ਸਕੂਲੀ ਸਿੱਖਿਆ ਬਹੁਤ ਗੰਭੀਰ ਮਾਮਲਾ ਆ, ਔਰ ਇਹਦੇ ਵਿੱਚ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਜਾਂ ਜਿਹੜੇ ਸਿੱਖ ਗੁਰੂਆਂ ਦੀ ਇੱਕ ਬਹੁਤ ਮਹਾਨ ਪਰੰਪਰਾ ਹੈ, ਪੂਰੀ ਦੁਨੀਆ ਜਾਣਦੀ ਹੈ, ਉਸ ਪਰੰਪਰਾ ਨੂੰ ਗਲਤ ਤਰੀਕੇ ਨਾਲ ਜਾਂ ਗਲਤ ਸ਼ਬਦਾਵਲੀ ਨਾਲ ਪੇਸ਼ ਕਰਨਾ, ਕੀ ਇਹ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ? ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜੀ ਸ਼ਬਦਾਵਲੀ ਹੈ ਉਹ ਗਲਤੀ ਕਰਕੇ ਹੋ ਜਾਵੇ। ਸ਼ਬਦਾਵਲੀ ਖਾਸ ਕਰਕੇ ਬਿਲਕੁਲ ਖੁੱਲੇ ਦਿਮਾਗ ਨਾਲ ਉਹ ਸ਼ਬਦਾਵਲੀ ਲਿਖੀ ਗਈ ਹੈ। ਮੈਂ ਵੀ ਕਿਤਾਬਾਂ ਪੜ੍ਹੀਆਂ, ਪਰ ਜ਼ਿਕਰ ਕਰਨਾ ਇੱਥੇ ਠੀਕ ਨਹੀਂ ਹੈ। ਇਸ ਤਰ੍ਹਾਂ ਦੀ ਸ਼ਬਦਾਵਲੀ ਤਾਂ ਜਾਣ ਬੁੱਝ ਕੇ ਹੀ ਲਿਖੀ ਜਾ ਸਕਦੀ ਹੈ। ਜੇ ਜਾਣ ਬੁੱਝ ਕੇ ਲਿਖੀ ਗਈ ਹੈ ਤਾਂ ਫਿਰ ਇਹਦੇ ਪਿੱਛੇ ਕੀ ਇਹ ਜੀ ਮੰਦਬੁੱਧੀ ਹੋ ਸਕਦੀ ਹੈ? ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਹੈ? ਦੇਖੋ ਮਦਨਦੀਪ ਜੀ, ਇਹ ਕਹਿਣਾ ਤਾਂ ਬੜਾ ਮੁਸ਼ਕਿਲ ਹੈ ਕਿ ਇਹਦੇ ਪਿੱਛੇ ਮਨਸ਼ਾ ਜਾਂ ਇੰਟੈਂਸ਼ਨ ਕੀ ਹੈ। ਕੀ ਉਹਨਾਂ ਤੋਂ ਇਹ ਗੱਲ ਸੁਭਾਵਿਕ ਲਿਖੀ ਗਈ, ਜਾਂ ਕਿਸੇ ਅਣਗਹਿਲੀ ਕਰਕੇ ਲਿਖੀ ਗਈ, ਜਾਂ ਜਾਣਬੁੱਝ ਕੇ ਲਿਖੀ ਗਈ, ਇਹ ਹਜੇ ਮੇਰੇ ਨੌਲੇਜ ਤਾਂ ਨਹੀਂ ਹੈ। ਘੱਟੋ ਘੱਟ ਹੋ ਸਕਦਾ ਜਿਹੜੀ ਜਾਂਚ ਰਿਪੋਰਟ ਆ ਜਿਹੜੀ ਉਹਨਾਂ ਨੇ ਸਬਮਿਟ ਕਰਾਈ ਆ IPS ਮਲਹੋਤਰਾ ਨੇ ਪ੍ਰੋਫੈਸਰ ਯੋਗਰਾਜ ਨੂੰ, ਜਿਹੜੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ, ਉਹਨਾਂ ਦੇ ਵਿੱਚ ਇਹ ਸਾਰਾ ਕੁਝ ਜ਼ਿਕਰ ਹੋਵੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਤਿੰਨੇ ਲੇਖਕ ਨੇ ਉਹ ਵੀ ਆਪਣੀ ਸਫਾਈ ਪੇਸ਼ ਕਰ ਸਕਦੇ ਨੇ। ਉਹਨਾਂ ਦਾ ਹਜੇ ਤੱਕ ਸਾਨੂੰ ਨਹੀਂ ਪਤਾ ਕਿ ਉਹਨਾਂ ਦਾ ਇਸ ਬਾਰੇ ਕੀ ਮਤ ਆ, ਕਿ ਉਹ ਇਸ ਬਾਰੇ ਕੀ ਸੋਚਦੇ ਨੇ। ਜਦੋਂ ਉਹ ਆ ਕੇ ਅੱਗੇ ਦੱਸਣਗੇ, ਜਾਂਚ ਰਿਪੋਰਟ ਉਹਨਾਂ ਦੇ ਅੱਗੇ ਕੀਤੀ ਜਾਊਗੀ, ਤੇ ਫਿਰ ਸਾਨੂੰ ਕਈ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ। ਹਜੇ ਇਹ ਕਹਿਣਾ ਬੜਾ ਮੁਸ਼ਕਿਲ ਆ ਕਿ ਕੀ ਇਹ ਜਾਣਬੁੱਝ ਕੇ ਹੋਇਆ, ਕਿਸ ਇੰਟੈਂਸ਼ਨ ਨਾਲ ਹੋਇਆ, ਜਾਂ ਕਿ ਸਿਰਫ ਇੱਕ ਅਣਗਹਿਲੀ ਹੋਈ ਆ। ਇਹ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਲੱਗੇਗਾ। ਜੀ ਠੀਕ ਹੈ ਮਦਨਦੀਪ ਮਨਪ੍ਰੀਤ ਜੀ। ਜੀ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ।